ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਰਾਗ ਬਾਬਾ ਕਬੀਰ ਜੀ ਦੀ ਬਾਣੀ ਨੂੰ। ਕੱਲ ਆਪਾਂ ਵਿਚਾਰ ਰਹੇ ਸੀ ਉਦਾਹਰਨਾਂ ਦੇ ਕੇ ਸਮਝਾਇਆ ਸੀ ਵੀ ਜਿਵੇਂ ਇੱਕ ਬਾਂਦਰ ਹੈ, ਜਦੋਂ ਸ਼ਿਕਾਰੀ ਬਾਂਦਰ ਨੂੰ ਫੜਦਾ ਹੈ ਉਹ ਧਰਤੀ 'ਚ ਇੱਕ ਕੁੱਜੀ ਦੱਬ ਦਿੰਦਾ ਹੈ। ਉਸ ਵਿੱਚ ਛੋਟੇ ਮੂੰਹ ਵਾਲੀ, ਜਿਹਦਾ ਮੂੰਹ ਤੰਗ ਹੁੰਦਾ ਹੈ, ਉਸ ਵਿੱਚ ਛੋਲੇ ਪਾ ਦਿੰਦਾ ਹੈ ਅਤੇ ਬਾਂਦਰ ਦੇਖਦਾ ਹੈ ਕੁੱਜੀ ਦੇ ਵਿੱਚ ਛੋਲੇ, ਹੱਥ ਪਾਉਂਦਾ ਹੈ, ਮੁੱਠੀ ਭਰ ਲੈਂਦਾ ਹੈ, ਲੇਕਿਨ ਮੂੰਹ ਤੰਗ ਹੋਣ ਕਰਕੇ ਮੁੱਠੀ ਜਦ ਮੁੱਠੀ ਬੰਨ੍ਹਦਾ ਹੈ ਉਹ ਬਾਹਰ ਨਹੀਂ ਨਿਕਲਦਾ, ਹੱਥ ਫਸ ਜਾਂਦਾ ਹੈ। ਮੁੱਠੀ ਖੋਲ੍ਹ ਦੇਵੇ, ਦਾਣੇ ਛੱਡ ਦੇਵੇ, ਹੱਥ ਨਿਕਲ ਸਕਦਾ ਹੈ ਬਾਹਰ, ਲੇਕਿਨ ਲੋਭ ਦੇ ਵਿੱਚ ਛੱਡਦਾ ਨਹੀਂ ਅਤੇ ਫਸ ਜਾਂਦਾ ਹੈ, ਚੰਗਿਆੜਾ ਮਾਰਦਾ ਅਤੇ ਸ਼ਿਕਾਰੀ ਉਸਨੂੰ ਪਕੜ ਲੈਂਦਾ। ਇਹਦਾ ਸਾਨੂੰ ਉਦਾਹਰਨਾਂ ਆਪਾਂ ਵਿਚਾਰਦੇ ਸੀ ਕੱਲ੍ਹ, ਅਤੇ ਇੱਦਾਂ ਹੀ ਸਮਝਾਉਂਦੇ ਸੀ ਕਿ ਜਿਹੜਾ ਆਪਾਂ ਇਹ ਸਰੀਰ ਹੈ, ਇੱਕ ਤ੍ਰਿਣ ਦੇ ਮੰਦਰ ਦੀ ਨਿਆਈ ਹੈ, ਜਿਸ ਦੇ ਦੁਆਲੇ ਮੌਤ ਰੂਪੀ ਅੱਗ ਹੈ, ਜਿਸ ਨੇ ਇੱਕ ਦਿਨ ਸੜ ਜਾਣਾ ਹੈ, ਨਾਸ ਹੋ ਜਾਣਾ ਹੈ। ਅਤੇ ਜਿਹੜਾ ਇਹ ਡਰ ਹੈ, ਭਵਸਾਗਰ ਹੈ, ਇਸ ਨੂੰ ਤਰਨ ਦੇ ਵਾਸਤੇ ਬਾਬਾ ਕਬੀਰ ਸਮਝਾਉਂਦੇ ਨੇ, ਔਦ ਅਨਲ ਤਨ ਤਿਨ ਕੋ ਮੰਦਰ, ਦੋ ਦਿਸ ਠਾਠ ਠਹਿਓ, ਕਹਿ ਕਬੀਰ ਪੈ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਿਓ। ਇਸ ਸਾਗਰ ਨੂੰ ਜਿਹਦੇ ਵਿੱਚ ਸਾਨੂੰ ਫਿਰ ਸਦਾ ਹੀ ਪੈ ਹੈ, ਪੈ ਦੇ ਵਿੱਚ ਜੀਵਦੇ ਹਾਂ, ਇਸ ਨੂੰ ਤਰਨ ਦੇ ਵਾਸਤੇ ਸਤਿਗੁਰ ਦਾ ਆਸਰਾ ਲੈਣਾ ਪੈਂਦਾ ਹੈ, ਸਤਿਗੁਰ ਦੀ ਓਟ ਲੈਣੀ ਪੈਂਦੀ ਹੈ, ਜਿਵੇਂ ਬਾਬਾ ਕਬੀਰ ਜੀ ਨੇ ਸਤਿਗੁਰ ਦੀ ਓਟ ਲਈ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਵਿਚਾਰ ਕਰਦੇ ਹਾਂ। ਗੌੜੀ ਰਹੋ ਪੰਕਤੀਆਂ ਨੇ, ਮੈਂ ਨਾਹੀਂ ਕਛ ਆਹੇ ਨਾ ਮੋਰਾ, ਵੀ ਮੈਂ ਵੀ ਨਹੀਂ ਹੈ, ਮੇਰਾ ਆਪਾ ਕੁਛ ਨਹੀਂ ਹੈ, ਨਾ ਮੈਂ ਖੁਦ ਹਾਂ ਕੁਛ, ਕਿਉਂਕਿ ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ ਫਿਰ ਮਨ ਦਾ ਆਪਾ ਖਤਮ ਹੋ ਜਾਂਦਾ ਹੈ। ਕਿਉਂਕਿ ਇੱਕ ਤਾਂ ਆਪਾਂ ਸੰਸਾਰਕ ਤੌਰ 'ਤੇ ਮੈਂ ਤੂੰ ਕਰਦੇ ਹਾਂ, ਉਹ ਸਿਰਫ ਕਹਿਣ ਤੱਕ ਹੈ, ਉੱਥੇ ਮਨ ਦਾ ਆਪਾ ਨਹੀਂ ਖਤਮ ਹੋ ਜਾਂਦਾ। ਜਦੋਂ ਮਨ ਦਾ ਆਪਾ ਖਤਮ ਹੋ ਜਾਂਦਾ ਹੈ ਫਿਰ ਆਪਣੇ ਆਪ ਨੂੰ ਦੇਖ ਕੇ ਮਨ ਕਹਿੰਦਾ ਹੈ, ਜੀਵ ਕਹਿੰਦਾ ਹੈ ਵੀ ਮੈਂ ਨਹੀਂ ਹਾਂ, ਹੁਣ ਤੂੰ ਹੀ ਹਾਂ। ਮੈਂ ਨਾਹੀਂ ਕਛ ਆਹੇ ਨਾ ਮੋਰਾ, ਅਤੇ ਨਾ ਕੁਛ ਮੇਰਾ ਹੈ ਹੋਰ, ਕਿਉਂਕਿ ਜਦ ਮੈਂ ਖੁਦ ਹੀ ਨਹੀਂ ਹੈ ਅਤੇ ਮੇਰਾ ਕੀ ਹੋਏਗਾ ਹੋਰ। ਤਨ ਧਨ ਸਭ ਰਸ ਗੋਬਿੰਦ ਤੋਰਾ, ਧਨ ਵੀ ਤੇਰਾ, ਧਨ ਵੀ ਤੇਰਾ, ਜੋ ਅਸੀਂ ਰਸ ਭੋਗਦੇ ਜੋ ਵੀ ਹੈ ਉਹ ਤੇਰਾ ਹੈ, ਸਾਡਾ ਕੁਛ ਵੀ ਨਹੀਂ ਹੈ, ਮੈਂ ਹੀ ਨਹੀਂ ਹੈ, ਮੇਰਾ ਕਿਆ ਹੋਣਾ ਹੈ ਫਿਰ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ, ਕਿਉਂਕਿ ਜਦੋਂ ਸੋਝੀ ਹੋ ਜਾਂਦੀ ਫਿਰ ਉਹ ਸਮਝਾਉਂਦੇ ਨੇ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਹੁਣ ਆਪਾਂ ਦੇਖਦੇ ਹਾਂ ਜਿਵੇਂ ਘੁਮਿਆਰ ਇੱਕ ਭਾਂਡੇ ਕੱਢਦਾ ਹੈ, ਭਾਂਡਾ ਬਣਾਉਂਦਾ ਹੈ, ਭਾਂਡਾ ਬਣਾਉਣ ਤੋਂ ਪਹਿਲਾਂ ਕੀ ਕਰਦਾ ਹੈ ਕਿ ਪਾਣੀ ਮਿੱਟੀ 'ਚ ਮਿਲਾ ਲੈਂਦਾ ਹੈ, ਗੁੰਨਦਾ ਹੈ ਉਸਨੂੰ, ਫਿਰ ਉਸ ਦੁਆਰਾ ਇੱਕ ਭਾਂਡਾ ਤਿਆਰ ਕਰ ਲੈਂਦਾ ਹੈ। ਇੱਦਾਂ ਹੀ ਇੱਥੇ ਜਿਹੜਾ ਇਹ ਸਾਡਾ ਸਰੀਰ ਹੈ,
ਇਹ ਮਾਤਾ ਪਿਤਾ ਦੀ ਰਕਤ ਬੂੰਦ ਤੋਂ ਤਿਆਰ ਹੁੰਦਾ ਹੈ। ਇੱਦਾਂ ਇਹ ਮਿੱਟੀ ਦਾ ਪੁਤਲਾ ਤਿਆਰ ਹੋ ਜਾਂਦਾ ਹੈ। ਇਸ ਮਾਟੀ ਕੀ ਪੁਤਰੀ ਜੋਰੀ, ਇਹ ਪੁਤਲਾ ਇੱਕ ਤਿਆਰ ਹੋ ਜਾਂਦਾ ਮਿੱਟੀ ਦਾ ਸਰੀਰ। ਜਿਵੇਂ ਘੁਮਿਆਰ ਭਾਂਡਾ ਤਿਆਰ ਕਰ ਦਿੰਦਾ ਹੈ ਜਾਂ ਚਿੱਤਰਕਾਰ ਮੂਰਤੀ ਬਣਾਉਣ ਵਾਲਾ ਮੂਰਤੀ ਬਣਾ ਦਿੰਦਾ ਹੈ ਮਿੱਟੀ ਦੀ, ਇੱਦਾਂ ਹੀ ਇੱਥੇ ਰਕਤ ਬੂੰਦ ਤੋਂ ਇਹ ਸਾਡਾ ਇਹ ਸਰੀਰ ਤਿਆਰ ਹੁੰਦਾ ਹੈ। ਇਸ ਮਾਟੀ ਮੈਂ ਪਵਨ ਸਮਾਇਆ, ਫਿਰ ਇਸ ਦੇ ਵਿੱਚ ਪੌਣ ਪਾ ਦਿੱਤੀ ਜਾਂਦੀ ਹੈ। ਪੌਣ ਦੁਆਰਾ ਇਸ ਨੂੰ ਚਲਾ ਦਿੱਤਾ ਜਾਂਦਾ ਹੈ। ਝੂਠਾ ਪ੍ਰਪੰਚ ਜ਼ੋਰ ਚਲਾਇਆ, ਫਿਰ ਸਾਨੂੰ ਇਸ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਮਨ ਨੂੰ। ਪੌਣ ਦੇ ਵਿੱਚ ਝੂਠ ਦੇ ਨਾਲ ਇਹ ਪ੍ਰਪੰਚ ਹੈ। ਇੱਦਾਂ ਸਾਡਾ ਇੱਕ ਜੀਵਨ ਸ਼ੁਰੂ ਹੋ ਜਾਂਦਾ ਹੈ। ਸਰੀਰ ਨੂੰ ਪੌਣ ਨਾਲ ਜੋੜ ਦਿੱਤਾ ਜਾਂਦਾ ਹੈ। ਪੌਣ ਦੇ ਵਿੱਚ ਫਿਰ ਸਾਡੇ ਮਨ ਨੂੰ ਜੋੜ ਦਿੱਤਾ ਜਾਂਦਾ ਹੈ, ਮਿਲਾ ਦਿੱਤਾ ਜਾਂਦਾ ਹੈ। ਨਾਮ ਨਾਲੋਂ ਲਿਵ ਜੁੜ ਜਾਂਦੀ ਹੈ ਪੌਣ 'ਚ ਮਿਲ ਕੇ, ਤੇ ਇੱਦਾਂ ਇਹ ਫਿਰ ਖੇਲ ਸ਼ੁਰੂ ਹੋ ਜਾਂਦਾ ਹੈ। ਇਹ ਝੂਠ ਦਾ ਪ੍ਰਪੰਚ ਹੈ। ਕਿਨਹੂ ਲਾਖ ਪਾਂਚ ਕੀ ਜੋਰੀ, ਹੁਣ ਇੱਦਾਂ ਕੋਈ ਤਾਂ ਇਸ ਨੂੰ ਸਮਝ ਲੈਂਦਾ ਹੈ, ਭੇਤ ਪਾ ਲੈਂਦਾ ਹੈ। ਪਤਾ ਲੱਗ ਜਾਂਦਾ ਹੈ ਜੀਵਨ ਨੂੰ ਕਿ ਇਹ ਪ੍ਰਪੰਚ ਹੈ, ਇਸ ਨੇ ਇੱਥੇ ਨਾਸ ਹੋ ਜਾਣਾ ਹੈ। ਅੰਤ ਕੀ ਬਾਰ ਗਗਰੀਆ ਫੋਰੀ, ਵੀ ਇਸ ਨੇ ਜਿਸ ਤਰ੍ਹਾਂ ਇੱਕ ਗਾਗਰ ਮਿੱਟੀ ਦਾ ਭਾਂਡਾ ਫੁੱਟ ਜਾਂਦਾ ਹੈ, ਗਾਗਰ ਫੁੱਟ ਜਾਂਦੀ ਹੈ, ਇੱਦਾਂ ਇਸ ਸਰੀਰ ਨੇ ਇੱਕ ਦਿਨ ਨਾਸ ਹੋ ਜਾਣਾ ਹੈ। ਪਰ ਕਈ ਤਾਂ ਇਸ ਚੀਜ਼ ਦਾ ਗਿਆਨ ਲੈ ਲੈਂਦੇ ਨੇ, ਅਲੱਖ ਨੂੰ ਲੱਖ ਲੈਂਦੇ ਨੇ, ਮਨ ਦੀ ਸੋਝੀ ਲੈ ਲੈਂਦੇ ਕਿ ਪੰਜਾਂ ਦੇ ਵਿੱਚ ਕਿਹਨੂੰ ਜੋਤ ਨੂੰ ਕਿਵੇਂ ਮਿਲਾਇਆ ਹੈ। ਤੇ ਉਹ ਫਿਰ ਆਪਣੇ ਇਸ ਮਿੱਟੀ ਦੇ ਸਰੀਰ ਤੋਂ ਵੱਖ ਹੋ ਕੇ ਨਾਮ ਨਾਲ ਜੁੜ ਜਾਂਦੇ ਨੇ। ਕਹੈ ਕਬੀਰ ਇੱਕ ਨੀਬ ਉਸਾਰੀ, ਖਿਨ ਮੈਂ ਬਿਨ ਸਜਾਏ ਅਹੰਕਾਰੀ। ਇਹ ਜਿਹੜੀ ਉਸਾਰੀ ਹੈ, ਅੰਦਰ ਜਿਹੜੀ ਹਉਮੈ ਦੀ ਦੀਵਾਰ ਹੈ, ਇਹ ਜਿਹੜੇ ਜੀਵ ਗਿਆਨ ਲੈ ਲੈਂਦੇ ਨੇ ਉਹਨਾਂ ਦੀ ਹਉਮੈ ਇੱਕ ਖਿਣ 'ਚ ਵਿਰ ਜਾਂਦੀ, ਜਿੱਥੋਂ ਜੋਤ ਤੇ ਪੌਣ ਦਾ ਖੇਲ ਚੱਲਦਾ ਹੈ। ਗੁਰ ਦੇ ਗਿਆਨ ਦੁਆਰਾ ਜਦੋਂ ਅਸੀਂ ਇਸ ਕੰਧ ਨੂੰ ਢਾ ਦਿੰਦੇ ਹੈ, ਖਿਣ ਵਿੱਚ ਹੋ ਜਾਂਦੀ ਹੈ, ਜਿੱਥੇ ਸਾਡਾ ਹਉਮੈ ਖਤਮ ਹੋ ਜਾਂਦਾ ਹੈ। ਜਿਹੜੇ ਜੀਵ ਗਿਆਨ ਲੈ ਲੈਂਦੇ, ਜਿਹਨਾਂ ਨੂੰ ਭੇਤ ਆ ਜਾਂਦਾ ਹੈ ਕਿ ਜਿਹੜਾ ਇਹ ਸਰੀਰ ਹੈ ਸਾਡਾ, ਇਹ ਨਾਸਵਾਨ ਹੈ, ਇਸ ਨੇ ਇੱਕ ਖਿਣ ਦੇ ਵਿੱਚ ਨਾਸ ਹੋ ਜਾਣਾ ਹੈ। ਉੱਥੇ ਜੀਵ ਫਿਰ ਆਪੇ ਨੂੰ ਜਦੋਂ ਮਿਲਾ ਦਿੰਦਾ ਜੋਤ ਦੇ ਵਿੱਚ, ਤੇ ਫਿਰ ਉੱਥੇ ਪਤਾ ਚੱਲ ਜਾਂਦਾ ਹੈ ਕਿ ਇੱਥੇ ਮੇਰਾ ਕੁਛ ਨਹੀਂ ਹੈ। ਧਨ ਵੀ ਤੇਰਾ ਹੈ, ਧਨ ਵੀ ਤੇਰਾ ਹੈ, ਰਸ ਵੀ ਤੇਰਾ ਹੈ, ਤੇ ਫਿਰ ਆਪਣਾ ਕੁਛ ਨਹੀਂ ਹੈ, ਕਿਉਂਕਿ ਆਪਾਂ ਉਸ ਨਾਲ ਜੋੜ ਲੈਂਦੇ ਹਾਂ, ਉਸ ਨੂੰ ਲੱਖ ਲੈਂਦੇ ਹਾਂ। ਪਰ ਕੋਈ ਵਿਰਲੇ ਨੇ ਜਿਨ੍ਹਾਂ ਲੱਖ ਲਿਆ। ਕਿਨਹੂ ਲਾਖ ਪਾਂਚ ਕੀ ਜੋਰੀ, ਜਿਹਨੂੰ ਪਤਾ ਚੱਲ ਗਿਆ ਕਿਵੇਂ ਲੱਖ ਨੂੰ ਲੱਖਣਾ ਹੈ, ਕਿਵੇਂ ਉਸ ਪਰਮੇਸ਼ਰ ਦੇ ਨਾਲ ਲਿਵ ਨੂੰ ਜੋੜਨਾ ਹੈ। ਕਦੋਂ ਹੁੰਦਾ ਹੈ ਇਹ ਸਾਰਾ ਹੀ? ਜਦੋਂ ਅਸੀਂ ਗੁਰ ਨੂੰ ਸੌਂਪਦੇ ਹਾਂ ਸਾਰਾ ਕੁਛ, ਜਿਹਨੂੰ ਆਪਾਂ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ। ਫਿਰ ਇਹ ਗਗਰੀਆ ਜਿਹੜੀ ਹੈ, ਜਿੱਥੇ ਜੀਵ ਇਹ 9 ਦਰਾਂ ਤੇ ਹੀ ਕੈਦ ਹੋਇਆ ਹੈ, ਇਹ 9 ਦਰਾਂ ਚੋਂ ਜਿਵੇਂ ਆਪਾਂ ਭਾਂਡੇ ਨੂੰ ਭੰਨ ਕੇ ਨਿਕਲ ਜਾਈਏ, ਇੱਦਾਂ ਮਨ ਸਾਡਾ ਇਸ ਤੋਂ ਆਜ਼ਾਦ ਹੋ ਜਾਂਦਾ ਹੈ।
ਕਿਉਂਕਿ ਇਹ ਸਮਾਂ ਜਿਹੜਾ ਹੈ, ਇਹ ਮੌਕਾ ਜਿਹੜਾ ਮਨੁੱਖਾਂ ਦੇ ਇੱਕ ਅਖੀਰਲਾ ਸਾਨੂੰ ਮੌਕਾ ਹੈ ਪ੍ਰਭੂ ਨੂੰ ਮਿਲਣ ਦਾ। ਅੰਤ ਸਮਾਂ ਹੈ, ਇਸ ਤੋਂ ਬਾਅਦ ਫਿਰ 84 ਦਾ ਗੇੜ ਸ਼ੁਰੂ ਹੋ ਜਾਏਗਾ। ਇਸ ਕਰਕੇ ਜਿਹਨਾਂ ਜੀਵਾਂ ਨੇ ਗਿਆਨ ਲਿਆ, ਉਹਨਾਂ ਨੇ ਫਿਰ ਇਸ ਨੂੰ ਨਿਕਲਣ ਦਾ, ਇਸ ਭਾਂਡੇ 'ਚੋਂ ਨਿਕਲਣ ਦਾ ਰਾਹ ਲੱਭ ਲਿਆ। ਲੱਭਿਆ ਕਿਵੇਂ? ਗੁਰ ਦੇ ਗਿਆਨ ਦੁਆਰਾ ਅਲੱਖ ਨੂੰ ਲਖਿਆ। ਫਿਰ ਪਤਾ ਚੱਲ ਗਿਆ ਕਿ ਇਹ ਜਿਹੜਾ ਸੰਸਾਰ ਹੈ ਇਹ ਤਾਂ ਨਾਸਵਾਨ ਹੈ, ਜੋ ਹੈ ਹੀ ਨਾਸਵਾਨ। ਜਿਵੇਂ ਸਰੀਰ ਵੀ ਨਾਸਵਾਨ ਹੈ ਅਤੇ ਇੱਥੇ ਦਾ ਸਾਰਾ ਕੁਛ ਨਾਸਵਾਨ ਹੈ। ਫਿਰ ਉੱਥੇ ਆਪਣਾ ਕੁਛ ਨਹੀਂ ਸਮਝਦਾ ਜੀ, ਵੀ ਮੇਰਾ ਨਹੀਂ ਕੁਛ ਵੀ, ਜੋ ਕੁਛ ਵੀ ਹੈ ਸੋ ਤੇਰਾ। ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿ ਲਾਗੈ ਮੇਰਾ। ਮੈਂ ਨਾਹੀ ਕਛ ਆਹੇ ਨਾ ਮੋਰਾ, ਤਨ ਮਨ ਧਨ ਰਸ ਗੋਬਿੰਦ ਤੋਰਾ। ਵੀ ਸਾਰਾ ਕੁਛ ਤੇਰਾ ਹੈ। ਅਗਲਾ ਸ਼ਬਦ ਹੈ ਗੌੜੀ। ਰਹੋ ਪੰਕਤੀਆਂ ਨੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਕੀ ਪਰਿਵਾਰ ਹੈ? ਇਹ ਜਿਹੜਾ ਮਨ ਦਾ ਪਰਿਵਾਰ ਹੈ, ਮਨ ਦੇ ਨਾਲ ਜਤ ਸਤ ਹੈ, ਸੰਤੋਖ ਹੈ, ਨਿਮਰਤਾ ਹੈ। ਇਹ ਜਿਹੜੇ ਸੰਗੀ ਨੇ ਮਨ ਦੇ, ਇਹ ਸਾਰੇ ਜਿਹਨੂੰ ਆਪਾਂ ਕਰਮ ਗਿਆਨ ਇੰਦਰੀਆਂ ਕਹਿ ਦਿੰਦੇ ਹਾਂ, ਉਸ ਵੇੜੇ 'ਤੇ ਚੜ੍ਹ ਜਾਂਦੇ ਹਾਂ ਅਤੇ ਨਾਮ ਨਾਲ ਜੁੜ ਜਾਂਦਾ ਹੈ। ਫਿਰ ਮਨ ਦੇ ਵਾਸਤੇ ਸਾਰਾ ਕੁਛ ਕੀ ਬਣ ਜਾਂਦਾ ਹੈ? ਨਾਮ। ਪਰ ਉਸ ਨਾਮ ਨਾਲ ਜੁੜਨ ਦੇ ਵਾਸਤੇ ਪਹਿਲਾਂ ਸਾਨੂੰ ਆਪਣੀਆਂ ਗਿਆਨ ਇੰਦਰੀਆਂ ਜਿਹੜੀਆਂ ਉਹ ਗੁਰ ਦੇ ਬੇੜੇ 'ਤੇ ਚਲਾਉਣੀਆਂ ਪੈਂਦੀਆਂ ਨੇ। ਨੇਤਰਾਂ ਦੁਆਰਾ ਦੇਖਣਾ ਹੁੰਦਾ ਹੈ, ਕੰਨਾਂ ਨਾਲ ਸੁਣਨਾ ਹੁੰਦਾ ਹੈ, ਧਿਆਨ ਲਾਉਣਾ ਹੁੰਦਾ ਹੈ, ਪੁੱਛਣਾ ਹੁੰਦਾ ਹੈ, ਬੇਨਤੀ ਕਰਨੀ ਹੁੰਦੀ ਹੈ ਮੁਖ ਦੇ ਨਾਲ। ਇਹ ਸਾਰਾ ਕੁਛ ਹੀ ਇੱਕ ਪਰਿਵਾਰ ਹੈ ਮਨ ਦਾ। ਇਹ ਬੇੜੇ ਚੜ੍ਹਾ ਦਿੱਤਾ ਹੈ, ਪਰ ਚੜ੍ਹਾਇਆ ਉੱਦਾਂ ਹੀ ਨਹੀਂ, ਭਰੋਸਾ ਰੱਖ ਕੇ ਪ੍ਰਭੂ ਦਾ, ਕਿ ਉਹ ਦੀਨ ਦਿਆਲੂ ਹੈ, ਉਹ ਗਰੀਬਾਂ ਦਾ ਗਰੀਬ ਨਿਵਾਜ ਹੈ, ਉਹ ਦਇਆ ਕਰਨ ਵਾਲਾ ਹੈ। ਫਿਰ ਭਰੋਸਾ ਰੱਖ ਕੇ ਫਿਰ ਇਹ ਪਰਿਵਾਰ ਬੇੜੇ ਚਲਾ ਦਿੱਤਾ। ਅਤੇ ਫਿਰ ਮੰਗਿਆ ਕੀ ਉਸ ਪ੍ਰਭੂ ਤੋਂ? ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਕਿ ਪ੍ਰਭੂ ਜਿਸ ਤਰ੍ਹਾਂ ਧਰੂ ਪ੍ਰਹਲਾਦ ਨੇ ਜਪਿਆ ਹੈ, ਸਾਨੂੰ ਵੀ ਐਸੀ ਕਿਰਪਾ ਕਰਕੇ ਅਸੀਂ ਵੀ ਉਵੇਂ ਹੀ ਜਪੀਏ ਜਿਵੇਂ ਧਰੂ ਅਤੇ ਪ੍ਰਹਲਾਦ ਨੇ ਜਪਿਆ ਹੈ। ਅਸੀਂ ਤੇਰੇ 'ਤੇ ਭਰੋਸਾ ਕੀਤਾ ਹੈ, ਤੈਨੂੰ ਸਾਰਾ ਕੁਝ ਸੌਂਪਿਆ ਹੈ, ਪਰ ਹੁਣ ਤੂੰ ਸਾਡੇ 'ਤੇ ਕਿਰਪਾ ਕਰਕੇ ਅਸੀਂ ਉਵੇਂ ਹੀ ਰਾਮ ਨੂੰ ਜਪੀਏ ਜਿਵੇਂ ਧਰੂ ਅਤੇ ਪ੍ਰਹਲਾਦ ਨੇ ਜਪਿਆ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਹੇ ਹਰੀ ਪਰਮੇਸ਼ਰ, ਜਿਵੇਂ ਧਰੂ ਪ੍ਰਹਲਾਦ ਨੇ ਜਪਿਆ, ਸਾਡੇ 'ਤੇ ਵੀ ਕਿਰਪਾ ਕਰ, ਅਸੀਂ ਵੀ ਉਵੇਂ ਹੀ ਅਸੀਂ ਵੀ ਉਵੇਂ ਹੀ ਰਾਮ ਨੂੰ ਜਪੀਏ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ। ਜਾਂ ਉਸ ਨੂੰ ਫਿਰ ਪਾ ਜਾਂਦਾ ਹੈ, ਫਿਰ ਜਦੋਂ ਅਸੀਂ ਬੇਨਤੀ ਕਰਦੇ, ਜੇ ਉਸ ਨੂੰ ਪਾ ਜਾਵੇ, ਫਿਰ ਉਹ ਸਾਨੂੰ ਆਪਣਾ ਹੁਕਮ ਮਨਾਉਂਦਾ ਹੈ। ਕਿਹੜਾ? ਗੁਰ ਦਾ ਹੁਕਮ ਮੰਨਿਓ ਗੁਰੂ ਕੇਰਾ। ਇਸ ਵੇੜੇ ਕੋ ਪਾਰ ਲੰਘਾਵੈ। ਫਿਰ ਉਹ ਇਸ ਵੇੜੇ ਨੂੰ ਪਾਰ ਲਗਾਉਂਦਾ ਹੈ ਜਦੋਂ ਅਸੀਂ ਉਸ ਪ੍ਰਭੂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਭਰੋਸਾ ਰੱਖ ਕੇ। ਅਤੇ ਭਰੋਸਾ ਵੀ ਕੀ?
ਕਿ ਉਹ ਦੀਨ ਦਿਆਲੂ ਹੈ, ਦੀਨਾਂ ਤੇ ਦਇਆ ਕਰਨ ਵਾਲਾ ਹੈ। ਫਿਰ ਅਸੀਂ ਆਪਣਾ ਸੌਂਪਦੇ ਹਾਂ ਤਨ ਮਨ ਧਨ ਸਭ, ਤੇ ਅਸੀਂ ਮੰਗਦੇ ਕੀ ਹਾਂ ਕਿ ਅਸੀਂ ਉਵੇਂ ਰਾਮ ਨੂੰ ਜਪਣਾ ਹੈ ਜਿਵੇਂ ਧਰੂ ਪ੍ਰਹਲਾਦ ਨੇ ਜਪਿਆ ਹੈ। ਫਿਰ ਉਹ ਕਿਰਪਾ ਕਰਦਾ ਹੈ। ਜਦ ਉਸ ਨੂੰ ਪਾ ਜਾਂਦਾ ਫਿਰ ਆਪਣਾ ਹੁਕਮ ਮਨਾਉਂਦਾ ਹੈ, ਇਸ ਵੇਲੇ ਕੋ ਪਾਰ ਲੰਘਾਵੇ। ਫਿਰ ਉਹ ਇਸ ਵੇਲੇ ਨੂੰ ਪਾਰ ਲਗਾ ਦਿੰਦਾ ਹੈ। ਕੀ ਹੁੰਦਾ ਹੈ, ਕਿਵੇਂ ਲੰਘਦਾ ਹੈ? ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਗੁਰ ਦਾ ਗਿਆਨ ਦਿੰਦਾ ਹੈ ਤੇ ਉਹਦੇ ਨਾਲ ਐਸੀ ਬੁੱਧ ਪ੍ਰਗਟ ਹੋ ਜਾਂਦੀ ਹੈ, ਚੂਕ ਗਈ ਫਿਰ ਆਵਣ ਜਾਣੀ, ਆਵਣ ਜਾਵਣ ਖਤਮ ਹੋ ਜਾਂਦਾ ਹੈ। ਐਸੀ ਬੁੱਧ ਮਨ ਵਿੱਚ ਆ ਜਾਂਦੀ, ਪ੍ਰਗਟ ਹੋ ਜਾਂਦੀ ਹੈ, ਜਿਹਦੇ 'ਚ ਜਾ ਕੇ ਜੋਤ ਸਮਾ ਜਾਂਦੀ ਹੈ, ਆਪਾ ਸਮਾ ਜਾਂਦਾ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਆਵਣ ਜਾਵਣ ਖਤਮ ਹੋ ਜਾਂਦਾ ਹੈ। ਕਹੋ ਕਬੀਰ ਭਜ ਸਾਰੰਗ ਪਾਣੀ, ਉਰ ਵਾਰ ਪਾਰ ਸਭ ਏਕੋ ਦਾਨੀ। ਫਿਰ ਉਸ ਨੂੰ ਭਜਦਾ ਹੈ, ਪਰਮੇਸ਼ਰ ਨੂੰ, ਹਰੀ ਨੂੰ, ਤੇ ਉਹ ਦੇਖਦਾ ਹੈ ਕਿ ਉਹ ਤਾਂ ਹਰ ਥਾਂ ਇੱਕੋ ਹੀ ਹੈ। ਲੋਕ ਪਰਲੋਕ ਹਰ ਥਾਂ ਮਾਲਕ ਵਸਦਾ ਹੈ, ਇੱਕੋ ਹੀ ਦਾਨੀ ਹੈ। ਉਹ ਹੀ ਸਾਨੂੰ ਮੁਕਤੀ ਦਾ ਦਾਤਾ ਹੈ, ਉਹ ਹੀ ਮੁਕਤ ਕਰ ਸਕਦਾ ਹੈ, ਉਹ ਹੀ ਨਾਮ ਜਪਾ ਸਕਦਾ ਹੈ, ਉਹ ਹੀ ਸਾਨੂੰ ਜਨਮ ਮਰਨ ਤੋਂ, ਆਵਣ ਜਾਵਣ ਤੋਂ ਕਰ ਸਕਦਾ ਹੈ। ਪਰ ਹੋਇਆ ਕਿਵੇਂ? ਗੁਰ ਦੇ ਗਿਆਨ ਦੁਆਰਾ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ। ਗੁਰ ਲਿਆ ਬਾਬਾ ਕਬੀਰ ਜੀ ਨੇ, ਕਿਉਂਕਿ ਬਾਬਾ ਕਬੀਰ ਜੀ ਨੂੰ ਗੁਰ ਮਿਲਿਆ ਸੀ, ਤੇ ਬਾਬਾ ਕਬੀਰ ਜੀ ਨੇ ਗੁਰ ਨੂੰ ਸੰਭਾਲਿਆ। ਗੁਰਦੀਨੀ ਵਸਤ ਕਬੀਰ ਕੋ, ਲੇਵੂ ਵਸਤ ਸਮਾਰ। ਕਬੀਰ ਦੀ ਸੰਸਾਰ ਕੋ, ਲੀਨੀ ਜਿਸ ਮਸਤਕ ਭਾਗ। ਜੇ ਬਾਬਾ ਕਬੀਰ ਜੀ ਗੁਰ ਨੂੰ ਨਾ ਸੰਭਾਲਦਾ ਤੇ ਅੱਗੇ ਕਿਵੇਂ ਦਿੰਦਾ? ਕਿਉਂਕਿ ਆਪ ਸੰਭਾਲਿਆ ਪਹਿਲਾਂ, ਫਿਰ ਮਾਲਕ ਨੇ ਕਿਹਾ ਵੀ ਹੁਣ ਤੂੰ ਅੱਗੇ ਦੇ, ਫਿਰ ਅੱਗੇ ਦੇਣੀ ਸ਼ੁਰੂ ਕੀਤੀ। ਫਿਰ ਪਤਾ ਚੱਲ ਗਿਆ ਕਿ ਤੇ ਇੱਕੋ ਹੀ ਦਾਤਾ ਹੈ ਸੰਸਾਰ ਦੇ ਵਿੱਚ, ਦੂਜਾ ਨਹੀਂ ਹੈ। ਆਓ ਅੱਗੇ ਫਿਰ ਗੌੜੀ ਹੈ ਕਬੀਰ ਜੀ ਦੀ। ਰਹੋ ਪੰਕਤੀਆਂ ਨੇ, ਜੀਰਾ ਹਰ ਕੇ ਗੁਣ ਗਾਓ। ਮੈਨੂੰ ਸਮਝਾਉਂਦੇ ਨੇ ਕਿ ਮਨ ਹਰੀ ਦੇ ਗੁਣ ਗਾ। ਹੁਣ ਹਰੀ ਨੂੰ ਕਿਵੇਂ ਭੁੱਲਿਆ ਹੈ? ਸਮਝਾਉਂਦੇ ਨੇ, ਕਹਿੰਦੇ ਜੋਨ ਛਾੜ ਜੋ ਜਗ ਮੈਂ ਆਇਆ। ਮਾਤਾ ਦੇ ਗਰਭ ਦੇ ਵਿੱਚ ਜਦੋਂ ਛੱਡ ਕੇ ਜਦ ਸੰਸਾਰ ਵਿੱਚ ਜਨਮ ਲੈ ਲਿਆ, ਲਾਗਤ ਪਵਨ ਖਸਮ ਬਿਸਰਾਇਓ। ਕਿਉਂਕਿ ਜਿੰਨੀ ਦੇਰ ਸਰੀਰ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਤੇ ਮਨ ਕਿੱਥੇ ਹੁੰਦਾ ਹੈ? ਮਾਤਾ ਦੀਆਂ ਨੇਤਰਾਂ ਦੇ ਵਿੱਚ। ਜਿੱਥੋਂ ਮਾਤਾ ਨੂੰ ਸਵਾਸ ਆਉਂਦਾ, ਉੱਥੇ ਹੀ ਉਸ ਬੱਚੇ ਦਾ ਧਿਆਨ ਲੱਗਿਆ ਹੁੰਦਾ ਹੈ, ਮਨ ਉੱਥੇ ਸਵਾਸ ਗ੍ਰਸਤ ਆਉਂਦਾ ਹੈ। ਕਿਉਂਕਿ ਅੱਗੇ 9 ਦਰ ਬੰਦ ਹੁੰਦੇ ਨੇ, ਨਾੜੂਏ ਦੁਆਰਾ ਉਸ ਸਰੀਰ ਨੂੰ ਖੁਰਾਕ ਆਉਂਦੀ ਹੈ, ਸਰੀਰ ਪਲਦਾ ਹੈ, ਨਾਲ ਮਾਤਾ ਦਾ ਦਿਲ ਧੜਕਦਾ ਹੈ, ਉਸ ਦੇ ਦੁਆਰਾ ਹੀ ਬੱਚੇ ਦਾ ਦਿਲ ਧੜਕਦਾ ਹੈ। ਸਾਰਾ ਕੁਛ ਉੱਥੋਂ ਤਿਆਰ ਹੋ ਰਿਹਾ ਹੁੰਦਾ ਹੈ। ਪਰ ਜਦੋਂ ਸਰੀਰ ਤਿਆਰ ਹੋ ਜਾਂਦਾ ਹੈ, ਫਿਰ ਇਸ ਸਰੀਰ ਨੂੰ ਗਰਭ ਚੋਂ ਕੱਢਿਆ ਜਾਂਦਾ ਹੈ ਤੇ ਮਨ ਨੂੰ ਸਰੀਰ ਨਾਲ ਜੋੜ ਦਿੱਤਾ ਜਾਂਦਾ ਹੈ, ਕਿਉਂਕਿ ਨਾੜੂਆ ਕੱਟ ਹੋ ਜਾਂਦਾ ਹੈ, ਉੱਧਰੋਂ ਸਪਲਾਈ ਬੰਦ ਹੋ ਜਾਂਦੀ ਹੈ ਤੇ ਇੱਧਰ ਪੌਣ ਚੱਲ ਪੈਂਦੀ, 9 ਦਰ ਖੁੱਲ੍ਹ ਜਾਂਦੇ ਨੇ ਤੇ ਮਨ ਆ ਕੇ ਪੌਣ 'ਚ ਮਿਲ ਜਾਂਦਾ ਹੈ ਤੇ ਨਾਮ ਨੂੰ ਭੁੱਲ ਜਾਂਦਾ ਹੈ, ਪ੍ਰਭੂ ਨੂੰ ਭੁੱਲ ਜਾਂਦਾ ਹੈ। ਗਰਭ ਜੋਨ ਮੈਂ ਉਰਦ ਤਪ ਕਰਦਾ। ਹੁਣ ਗਰਭ ਜੋਨ ਦੇ ਵਿੱਚ ਉਰਦ ਤਪ ਕਰ ਰਿਹਾ ਸੀ ਬੱਚਾ। ਸਰੀਰ ਮਾਤਾ ਦੇ ਗਰਭ 'ਚ ਸੀ ਤੇ ਮਨ ਮਾਤਾ ਦੇ ਨੇਤਰਾਂ 'ਚ ਬੈਠਾ ਨੀਚੇ ਨੂੰ, ਜਿੱਥੋਂ ਪੌਣ ਆ ਰਹੀ ਹੈ ਵਿਚਾਲੇ ਇਸ ਪਾਸੇ ਖੱਬੇ ਪਾਸੇ, ਕਿਉਂਕਿ ਸੱਜੇ ਪਾਸੇ ਨਹੀਂ, ਇੱਕ ਦ੍ਰਿਸ਼ਟ ਹੁੰਦਾ ਇਸ ਪਾਸੇ, ਜਿੱਥੋਂ ਪੌਣ ਆ ਰਹੀ ਉੱਥੇ ਧਿਆਨ ਲਈ ਬੈਠਾ ਸੀ। ਮਾਤਾ ਦੇ ਨੇਤਰਾਂ ਦੇ ਇੱਕ ਦ੍ਰਿਸ਼ਟ ਸੀ।
ਤੋ ਜਠਰ ਅਗਨ ਮੈਂ ਰਹਿਤਾ। ਇਸ ਕਰਕੇ ਇੰਨੀ ਅਗਨ ਦੇ ਵਿੱਚ ਵੀ ਸਰੀਰ ਨੂੰ ਸੇਕ ਨਹੀਂ ਸੀ ਲੱਗਦਾ, ਗਰਮੀ ਨਹੀਂ ਸੀ ਮੰਨਦਾ। 37-38 ਡਿਗਰੀ ਦੇ ਵਿੱਚ ਆਪਾਂ ਦੇਖਦੇ ਹਾਂ, ਜਦੋਂ 37-38 ਡਿਗਰੀ ਟੈਂਪਰੇਚਰ ਹੈ, ਆਪਾਂ ਪੱਖਾ ਲਾਉਂਦੇ ਹਾਂ, AC ਲਾਉਂਦੇ ਹਾਂ, ਲੇਕਿਨ ਉੱਥੇ ਸਰੀਰ ਨੂੰ ਗਰਮੀ ਨਹੀਂ ਸੀ ਲੱਗਦੀ, ਕਿਉਂਕਿ ਨਾਮ ਨਾਲ ਜੁੜਿਆ ਸੀ, ਉਰਦ ਤਪ ਕਰ ਰਿਹਾ ਸੀ, ਕੋਈ ਤਕਲੀਫ ਨਹੀਂ ਸੀ, ਆਨੰਦ ਦੇ ਵਿੱਚ ਸੀ ਮਨ। 184 ਜੋਨ ਭਰਮ ਆਇਓ। 84 ਲੱਖ ਜੋਨਾਂ ਦੇ ਵਿੱਚ ਭਰਮ ਕੇ ਫਿਰ ਮਨੁੱਖਾ ਜਨਮ ਇਸ ਨੂੰ ਮਿਲਿਆ ਹੈ। ਅਬ ਕੇ ਛੁੱਟ ਕੇ ਠੌਰ ਨਾ ਠਾਇਓ। ਤੇ ਦੱਸ ਦਿੱਤਾ ਕਿ ਆ ਜਿਹੜੇ ਤੈਨੂੰ ਵਾਰੀ ਹੈ, ਇਹ ਮੌਕਾ ਆਖਰੀ ਹੈ, ਇਸ ਤੋਂ ਬਾਅਦ ਫਿਰ 84 ਲੱਖ ਜੂਨ ਭਰਮਣਾ ਪਏਗਾ। ਇਸ ਕਰਕੇ ਫਿਰ ਤੈਨੂੰ ਠਾਂ ਨਹੀਂ ਮਿਲਣੀ। ਜੇ ਹੁਣ ਉਕ ਗਿਆ, ਜੇ ਹੁਣ ਪ੍ਰਭੂ ਨੂੰ ਨਾ ਮਿਲਿਆ, ਦੁਬਾਰਾ ਤੈਨੂੰ ਦਰਗਾਹ ਦੇ ਵਾਸਤੇ ਫਿਰ 84 ਲੱਖ ਜੂਨ ਭਰਮ ਕੇ ਆਉਣਾ ਪਏਗਾ। ਕਹੋ ਕਬੀਰ ਭਜ ਸਾਰੰਗ ਪਾਨੀ, ਆਬਤ ਦੀ ਸਹਿ ਜਾਤ ਨਾ ਜਾਨੀ। ਉਹ ਸਮਝਾਉਂਦੇ ਨੇ ਕਿ ਪ੍ਰਭੂ ਨੂੰ ਭਜ ਤੂੰ, ਕਿਉਂਕਿ ਸੰਸਾਰ ਦੇ ਵਿੱਚ ਜੀਵ ਆਉਂਦਾ ਤਾਂ ਦਿਸਦਾ ਹੈ ਕਿ ਮਾਤਾ ਦੇ ਗਰਭ 'ਚੋਂ ਤਿਆਰ 9 ਮਹੀਨੇ ਰਹਿ ਕੇ ਬੱਚੇ ਨੇ ਜਨਮ ਲਿਆ, ਆਇਆ, ਬੋਲਦਾ ਹੈ, ਰੋਣਾ ਸ਼ੁਰੂ ਕਰ ਦਿੰਦਾ, ਪਰ ਜਦੋਂ ਜਾਂਦਾ ਹੈ, ਕੌਣ ਨਿਕਲ ਕੇ ਚਲੇ ਗਿਆ ਇਸ ਤੇ ਸਰੀਰ 'ਚੋਂ, ਸਰੀਰ ਸਾਡੇ ਕੋਲ ਹੀ ਹੁੰਦਾ ਹੈ, ਉਸ ਦਾ ਭੇਤ ਨਹੀਂ ਹੈ। ਉਸੇ ਦਾ ਭੇਤ ਲੈਣਾ ਹੈ ਕਿ ਉਹ ਕੌਣ ਹੈ, ਕਿਵੇਂ ਆਉਂਦਾ ਹੈ, ਕਿੱਥੋਂ ਆਇਆ, ਕਿਵੇਂ ਮਾਤਾ ਦੇ ਗਰਭ 'ਚ ਸਿਮਰਨ ਕਰਦਾ ਸੀ, ਤੇ ਹੁਣ ਵੀ ਅਸੀਂ ਉਹ ਸਿਮਰਨ ਕਰਨਾ ਹੈ ਜਿਸ ਦੁਆਰਾ ਸਾਨੂੰ ਮੁਕਤੀ ਮਿਲਣੀ ਹੈ। ਉਰਦ ਤਪ ਕਰਨਾ ਹੈ, ਪਰ ਸਰੀਰ ਨੇ ਨਹੀਂ ਕਰਨਾ, ਮਨ ਨੇ ਕਰਨਾ ਹੈ। ਆਓ ਅਗਲਾ ਫਿਰ ਸ਼ਬਦ ਹੈ ਗੌੜੀ ਪੂਰਬੀ। ਰਹੋ ਪੰਕਤੀਆਂ ਨੇ। ਰਮਈਆ ਗੁਣ ਗਾਈਐ, ਜਾਤੇ ਪਾਈਐ ਪਰਮ ਨਿਦਾਨ। ਸਮਝਾਉਂਦੇ ਨੇ ਕਿ ਰਮਈਆ ਦੇ ਗੁਣ ਗਾਈਏ। ਰਮਈਆ ਗੁਣ ਗਾਉਣ ਦੇ ਨਾਲ ਕੀ ਮਿਲੇਗਾ? ਪਰਮ ਨਿਦਾਨ, ਪਰਮ ਖਜ਼ਾਨਾ, ਨਾਮ ਧਨ, ਪ੍ਰਭੂ ਦਾ ਮਿਲਾਪ। ਪਰ ਇੱਥੇ ਗਾਉਣ ਦਾ ਕੀ ਮਤਲਬ ਹੈ? ਕਿਸੇ ਕੋਲ ਜਾਵਾਂਗੇ, ਗਿਆਨ ਲਵਾਂਗੇ, ਕੋਈ ਗਾਏਗਾ, ਸੁਣਾਂਗੇ, ਕਿਉਂਕਿ ਗਾਉਂਦਾ ਕੌਣ ਹੈ? ਜਿਸ ਨੂੰ ਇਹ ਖਜ਼ਾਨਾ ਮਿਲ ਗਿਆ ਹੈ। ਆਪਾਂ ਉਹਦੇ ਸੰਗ ਕਰਾਂਗੇ, ਉੱਥੇ ਜਾਵਾਂਗੇ, ਗਿਆਨ ਲਵਾਂਗੇ, ਤੇ ਉਹ ਗਿਆਨ ਲਵਾਂਗੇ ਜਿਹਦੇ ਨਾਲ ਸਾਨੂੰ ਵੀ ਪਰਮ ਨਿਦਾਨ ਪ੍ਰਾਪਤ ਹੋਏਗਾ। ਰਮਈਆ ਗੁਣ ਗਾਈਐ, ਜਾਤੇ ਪਾਈਐ ਪਰਮ ਨਿਦਾਨ। ਉਹ ਰਮਈਆ ਦੇ ਗੁਣ ਗਾਉਣੇ ਨੇ ਜਿਹਦੇ ਦੁਆਰਾ ਪਰਮ ਖਜ਼ਾਨਾ, ਪਰਮ ਨਿਦਾਨ ਮਿਲਣਾ ਹੈ, ਉਹ ਸੱਚਾ ਧਨ ਮਿਲਣਾ ਹੈ, ਸੱਚਾ ਖਜ਼ਾਨਾ ਮਿਲਣਾ ਹੈ। ਤੇ ਫਿਰ ਕੀ ਹੋਏਗਾ? ਆਓ ਸ਼ਬਦ ਸ਼ੁਰੂ ਕਰਦੇ ਹਾਂ। ਸੁਰਗ ਬਾਸ ਨਾ ਬਾਛੀਐ। ਨਾ ਤਾਂ ਅਸੀਂ ਸੁਰਗ ਨੂੰ ਬਾਛਣਾ ਲੋੜਨਾ ਹੈ। ਡਰੀਏ ਨਾ ਨਰਕ ਨਿਵਾਸ। ਨਾ ਸਾਨੂੰ ਇਹ ਡਰ ਹੋਏਗਾ ਕਿ ਅਸੀਂ ਨਰਕਾਂ ਨੂੰ ਜਾਵਾਂਗੇ, ਕਿਉਂਕਿ ਨਾ ਸੁਰਗ ਨੂੰ ਜਾਵਾਂਗੇ ਤੇ ਨਾ ਨਰਕਾਂ ਨੂੰ ਜਾਵਾਂਗੇ। ਕਿਉਂਕਿ ਜੇ ਪਰਮ ਨਿਦਾਨ ਹੀ ਮਿਲ ਜਾਣਾ ਹੈ, ਉਹ ਖਜ਼ਾਨਾ, ਜਦੋਂ ਗੋਬਿੰਦ ਦੇ ਗੁਣ ਗਾਉਣੇ ਨੇ, ਪਰਮ ਖਜ਼ਾਨਾ ਮਿਲ ਜਾਣਾ, ਮੁਕਤੀ ਦਾ ਖਜ਼ਾਨਾ, ਜੋ ਮੋਕਸ਼ ਪ੍ਰਾਪਤ ਹੋ ਜਾਣੀ ਹੈ, ਚੌਥਾ ਪਦ ਪ੍ਰਾਪਤ ਹੋ ਜਾਣਾ ਹੈ। ਫਿਰ ਨਾ ਤਾਂ ਸਾਨੂੰ ਇੱਛਾ ਸੁਰਗ ਦੀ ਹੈ ਤੇ ਨਾ ਅਸੀਂ ਨਰਕ ਦਾ ਕੋਈ ਡਰ ਹੈ। ਸੁਰਗ ਬਾਸ ਨਾ ਬਾਛੀਐ, ਡਰੀਏ ਨਾ ਨਰਕ ਨਿਵਾਸ। ਕਹਿੰਦੇ ਨਾ ਨਰਕ ਦੇ ਨਿਵਾਸ ਤੋਂ ਡਰ ਤੇ ਨਾ ਸੁਰਗ ਦੀ ਆਸ ਕੋਈ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ। ਕਿਉਂਕਿ ਹੁਣ ਤਾਂ ਉਹ ਹੋ ਗਿਆ ਜਿਸ ਵਾਸਤੇ ਆਪਾਂ ਆਏ ਸੀ। ਹੁਣ ਸਾਨੂੰ ਹੋਰ ਕੋਈ ਆਸ ਨਹੀਂ ਰਹਿ ਜਾਂਦੀ। ਜਿਸ ਕਾਰਜ ਨੂੰ ਆਪਾਂ ਆਏ ਸੀ, ਉਹ ਖਜ਼ਾਨਾ ਮਿਲ ਗਿਆ ਜਿਸ ਵਾਸਤੇ ਆਪਾਂ ਆਏ ਸੀ, ਹੋ ਗਿਆ।
ਹੁਣ ਸਾਨੂੰ ਕੋਈ ਆਸ ਨਹੀਂ ਰਹਿ ਜਾਂਦੀ, ਆਸ ਖਤਮ ਹੋ ਜਾਂਦੀ ਹੈ, ਮਨ ਦੀ ਆਸ ਖਤਮ ਹੋ ਜਾਂਦੀ, ਕਿਉਂਕਿ ਮਨ ਦੀ ਆਸਾ ਕੀ ਸੀ? ਪ੍ਰਭੂ ਨੂੰ ਮਿਲਣਾ। ਤੇ ਉਹ ਜਦੋਂ ਮਿਲ ਲਿਆ, ਨਰਕ ਸੁਰਗ ਦੋਨਾਂ ਤੋਂ ਛੁਟਕਾਰਾ ਹੋ ਗਿਆ। ਕਿਆ नरक क्या स्वर्ग विचारा, संतन दो इरादे, हम किसी की कान ना करते सतगुर के प्रसादे। संतां ने दोने इरादे थे, क्या विचारा स्वर्ग क्या नरक, क्योंकि मुक्ति है। स्वर्ग नरक जिहड़ा है ये सानू बार बार जन्म मरण च पा के रखता है। क्या जप क्या तप संजम, क्या वरत इशनान। महाराज समझाते ने बाबा कबीर जी, कहते क्या केड़ा वरत, केड़ा जप, केड़ा तप, केड़ा संजम, केड़ा वरत, केड़ा इशनान काहदा करते हाँ। जब लग जुगत न जानिए पौ भगत भगवान। जब तक सासी जुगती नहीं लई, गुर नहीं लिया कि प्रभु की भगती करनी किमें है, क्योंकि प्रभु की भगती किमें हुंदी है? प्यार दे नाल, प्रेम भगती है। प्रेम की जुगती नहीं लई किमें प्रेम करना उस प्रभु दे नाल। क्या असी जप करते हाँ, क्या असी तप करते, क्या असी वर्त रखते, किहड़ा इशनान करते, सारा किहदा करते? तन द्वारा। जप कौन करदा? तन। तप कौन करदा? तन। वर्त कौन रखदा? तन। इशनान किहदा करदे? तन दा। करना किसदा सी? मन ने। वर्त किहड़ा रखना सी? त्रै गुण माया तो निर्लेप होना सी। जप किहड़ा करना सी? प्रभु नूं मिलन दा ज्ञान लेना सी। तप किहड़ा करना सी? प्रेम भगती करनी सी। इस करके जुगती लैनी सी, संजम सीखना सी। जब तक असी करिया ही नहीं, साडा कीता जप तप सारा कुछ व्यर्थ है। क्या जप क्या तप संजम हो, क्या वर्त इशनान। जब लग जुगत न जानिए पौ भगत भगवान। संपै देखना हरखिया, विपत देखना रोए। वो समझाते ने, कहते संपत्ति कोई खुशी धन दौलत मिल गया, खुश नहीं होना। जे कोई विपत आ गई, कोई घाटा पै गया, कोई नुकसान हो गया, रोना नहीं। ज्यों संपै त्यों विपत है, बिद ने रचिया सो होए। क्योंकि दोनों बराबरी ने। जिमें संपत्ति मिल गई उमें खो गई, बहुता कोई फर्क नहीं। क्योंकि जो विद ने रचिया है, जिमें आपां देखते हाँ किसी बच्चे नूं आपां कोई चीज़ पहलां दे दईए फिर खो लईए, दुख हुंदा है, रोएगा। जे नहीं वो दिती नहीं, जदों मिल गई फिर आपां खोंदे हाँ, रोंदा है। इस करके आपां संसार दे विच एक साडा गुजरान है, वो प्रभु ने अपने पहला ही जड़ी प्रलब्ध पाई है, उस नाल आपां नूं उहो जिहा मिलदा है। दुखी कौन होंदा है? जिहनूं पहला मिलदा फिर खुश जाता है। जिन्हों मिले ही थोड़ा तो खुशिया ना, वो सुखी रहिंदा है। इस करके जो कुछ मिलता खुशी नहीं मनाउणी, जो कुछ गाउंदा रोना नहीं। क्योंकि दोनों बराबर ही ने। आपां तां उस प्रभु दे नाम दे नाल जुड़ना है। दोनों बराबर ही ने। कह कबीर अब जानिया, संत ने हृदय मजाल। ते बाबा कबीर जी कहते हुण असीं जान लिया। किहनूं जान लिया? प्रभु नूं। कित्थे? हिरदे दे विच, जिहड़ा असली मालिक है, जो सारियां दा दाता है, जो इको दाता है। सेवक सो सेवा भले, जे घट बस है मुराद। सेवक भी वही भला है ते सेवा भी उसे दी कीती भली है, जिस दे हिरदे दे विच घट दे विच परमेश्वर वस गया। किने वसाया? संतां ने। उसनूं पहचानिया अपने हिरदे दे विच। फिर उस अवस्था दे विच जाके फिर सानूं भेत आ जाता है कि
ਉਹ ਪ੍ਰਭੂ ਪਰਖਦਾ ਹੈ, ਸਾਨੂੰ ਦੇਖਦਾ ਹੈ, ਪਹਿਲਾਂ ਦੇ ਦਿੰਦਾ ਫਿਰ ਖੋਹ ਲੈਂਦਾ। ਜਿਵੇਂ ਆਪਾਂ ਬੱਚੇ ਨੂੰ ਕੁਛ ਟੋਫੀ ਦੇ ਦਈਏ, ਫਿਰ ਖਾਣ ਨਾ ਦਈਏ, ਖੋਹ ਲਈਏ, ਫਿਰ ਹੁੰਦਾ ਹੈ। ਇੱਦਾਂ ਹੀ ਆਪਾਂ ਰਜਾ 'ਚ ਰਹਿਣਾ ਹੈ, ਕਿਉਂਕਿ ਜਦੋਂ ਭੇਤ ਆ ਜਾਂਦਾ ਹੈ ਫਿਰ ਇਹ ਬਰਾਬਰੀ ਸਮਝਦਾ ਹੈ ਜੀਵਨ। ਫਿਰ ਹੀ ਸਾਨੂੰ ਆਪਾਂ ਆਪਣੇ ਜੀਵਨ ਨੂੰ ਜਿੱਤਦੇ ਹਾਂ, ਕਿਉਂਕਿ ਆਪਣਾ ਕੰਮ ਕੀ ਹੈ ਫਿਰ? ਪ੍ਰਭੂ ਦੇ ਗੁਣ ਗਾਉਣੇ। ਜੀ ਮਹਾਰਾਜ ਸਮਝਾਉਂਦੇ ਨੇ, ਜੇ ਭੁੱਖ ਦੇ ਤਾਂ ਤੁਝੇ ਅਰਾਧੀ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਵੀ ਬਸ ਤੈਨੂੰ ਧਿਆਉਂਦੇ ਰਹੀਏ, ਤੇਰੇ ਗੁਣ ਗਾਉਂਦੇ ਰਹੀਏ, ਕਿਉਂਕਿ ਇਹ ਤਾਂ ਸੰਸਾਰ ਹੀ ਐਸਾ ਰਚਿਆ ਹੈ ਪਰਖਣ ਦੇ ਵਾਸਤੇ, ਇਸੇ 'ਚ ਉਲਝਾਇਆ ਹੈ। ਜਦ ਆਪਣਾ ਹੈ ਹੀ ਨਹੀਂ, ਜਦ ਆਪਾਂ ਹੀ ਸਮਝ ਲਿਆ ਕਿ ਮੇਰਾ ਕੁਛ ਹੈ ਹੀ ਨਹੀਂ, ਜੋ ਹੈ ਤੇਰਾ ਹੈ, ਫਿਰ ਜੀਵ ਨੂੰ ਖੁਸ਼ੀ ਗਮੀ, ਹਰਖ ਸੋਗ, ਦੁੱਖ ਸੁੱਖ ਤੇ ਮਾਨ ਅਪਮਾਨ, ਲਾਭ ਹਾਨੀ, ਇਹ ਸਾਰਾ ਕੁਛ ਜਦੋਂ ਆਪਾਂ ਸਮ ਕਰਦੇ ਹਾਂ, ਫਿਰ ਜਾ ਕੇ ਕੀ ਅਵਸਥਾ ਬਣ ਜਾਂਦੀ ਹੈ ਸਾਡੀ। ਆਪਾਂ ਪ੍ਰਭੂ 'ਚ ਇੱਦਾਂ ਲੀਨ ਹੋ ਸਕਦੇ ਹਾਂ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ। ਜਿਵੇਂ ਮਹਾਰਾਜ ਸਮਝਾਉਂਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਾ ਨ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ। ਪਰ ਇਹ ਹੋਣਾ ਕਿਵੇਂ ਹੈ? ਗੁਰ, ਜਿਹੜਾ ਕਿਰਪਾ ਕਰਦਾ ਨਰ, ਗੁਰ ਕਿਰਪਾ ਜੇ ਨਰ ਕੋ ਕੀਨੀ, ਤਬ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਸ ਕਰਕੇ ਭਗਤਾਂ ਨੇ ਦਾ ਜੀਵਨ ਸੀ ਐਸਾ, ਜਿਵੇਂ ਆਪ ਉਹਨਾਂ ਪ੍ਰਭੂ ਨੂੰ ਪਾਇਆ, ਉਵੇਂ ਸਾਨੂੰ ਵੀ ਦੱਸ ਗਏ ਵੀ ਇਹਨਾਂ ਚੀਜ਼ਾਂ 'ਚ ਨਹੀਂ ਆਪਾਂ ਫਸਣਾ। ਕੁਛ ਮਿਲਦਾ ਹੈ, ਖੁਸ਼ ਨਹੀਂ ਹੋਣਾ ਬਹੁਤਾ, ਕੁਛ ਖੋ ਗਿਆ ਰੋਣਾ ਨਹੀਂ ਹੈ, ਤੇ ਪਾਣਾ ਮੰਨਣਾ ਹੈ ਕਿ ਹਾਂ ਤੇਰੇ ਪਾਣੇ ਚੀਜ਼ ਮਿਲਿਆ ਸੀ, ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਖੋਣ ਵਾਲਾ ਹੈ। ਫਿਰ ਹੀ ਸੇਵਾ ਤੇ ਸੇਵਕ ਭਲਾ ਹੈ, ਜਦੋਂ ਸਾਡੇ ਹਿਰਦੇ 'ਚ ਬਸ ਜਾਂਦਾ। ਪਰ ਬਸਦਾ ਤਾਂ ਹੀ ਹੈ ਜੇ ਆਪਾਂ ਇਹਨਾਂ ਤੋਂ ਉੱਪਰ ਉੱਠ ਜਾਈਏ, ਸਿਰਫ ਉਹਦੇ ਗੁਣ ਹੀ ਗਾਈਏ। ਗੁਣ ਵੀ ਉਹ ਗਾਈਏ ਜਿਹਦੇ ਨਾਲ ਸਾਨੂੰ ਪਰਮ ਨਿਦਾਨ ਮਿਲਣਾ ਹੈ, ਉਹ ਖਜ਼ਾਨਾ ਮਿਲਣਾ ਹੈ ਜਿਹਨੂੰ ਨਾ ਪਾਣੀ ਡੋਬ ਸਕਦਾ ਹੈ, ਨਾ ਅਗਨ ਸਾੜ ਸਕਦੀ ਹੈ, ਨਾ ਪੌਣ ਉਡਾ ਸਕਦੀ ਹੈ, ਤੇ ਨਾ ਤਸਕਰ ਚੁਰਾ ਸਕਦੇ ਨੇ। ਅਗਲਾ ਸ਼ਬਦ ਹੈ ਗੌੜੀ। ਰਹੋ ਪੰਕਤੀਆਂ ਨੇ, ਰਾਮ ਰਸ ਪਿਆਰੇ, ਜੇ ਰਸ ਵਿਸਰ ਗਏ ਰਸ ਔਰ। ਕਹਿੰਦੇ ਉਹ ਰਸ ਅਸੀਂ ਪੀ ਲਿਆ ਹੈ, ਤੇ ਉਸ ਪੀਣ ਦੇ ਨਾਲ ਕੀ ਹੈ ਕਿ ਹੋਰ ਰਸ ਸਾਰੇ ਵਿਸਰ ਗਏ। ਐਸਾ ਰਸ ਰਾਮ ਰਸ ਪੀ ਲਿਆ, ਰਾਮ ਰਸ ਪੀਣ ਦੇ ਨਾਲ ਹੋਰ ਸਾਰੇ ਰਸ ਹੀ ਵਿਸਰ ਗਏ। ਜੇ ਰਸ ਵਿਸਰ ਗਏ ਰਸ ਔਰ, ਜਿਹੜਾ ਰਸ ਪੀਣ ਦੇ ਨਾਲ ਦੂਜੇ ਰਸ ਵਿਸਰ ਗਏ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਰੇ ਮਨ ਤੇਰੋ ਕੋਇ ਨਹੀਂ, ਖਿੱਚ ਲੈ ਜਿਨ ਪਾਰ। ਮਨ ਨੂੰ ਸਮਝਾਉਂਦੇ ਨੇ, ਜਦੋਂ ਰਸ ਪੀ ਲਿਆ, ਮਨ ਨੂੰ ਗਿਆਨ ਹੋ ਗਿਆ, ਫਿਰ ਮਨ ਨੂੰ ਸਮਝਾਉਂਦਾ ਹੈ ਕੌਣ? ਆਤਮ। ਸਾਡੀ ਆਤਮਾ ਸਾਡੇ ਮਨ ਨੂੰ ਇਹ ਸਮਝਾਉਂਦੀ ਹੈ ਕਿ ਤੂੰ, ਤੇਰਾ ਇੱਥੇ ਕੋਈ ਨਹੀਂ ਹੈ, ਤੂੰ ਕਿਉਂ ਫਿਰ ਇਹਨਾਂ ਦਾ ਭਾਰ ਆਪਣੇ ਸਿਰ ਤੇ ਚੱਕੀ ਫਿਰਦਾ ਹੈ?
ਤੂੰ ਕਿਸੇ ਦੀ ਕਿਉਂ ਚਿੰਤਾ ਕਰਦਾ ਹੈ? ਕਿਉਂਕਿ ਤੇਰਾ ਇੱਥੇ ਕੋਈ ਨਹੀਂ ਹੈ। ਤੇਰਾ ਕੌਣ ਹੈ? ਪਰਮੇਸ਼ਰ। ਉਸ ਤੋਂ ਬਿਨਾਂ ਤੇਰਾ ਕੋਈ ਨਹੀਂ ਹੈ। ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਵੀ ਤੂੰ ਕੀ ਸਮਝੀ ਬੈਠਾ ਵੀ ਤੇਰਾ ਇੱਥੇ ਕੋਈ ਨਹੀਂ? ਕੀ ਹੈ? ਜਿਵੇਂ ਇੱਕ ਪੰਛੀ ਬਿਰਖ ਤੇ ਆ ਕੇ ਬਹਿੰਦਾ ਹੈ ਤੇ ਉੜ ਜਾਂਦਾ ਹੈ, ਇਵੇਂ ਹੀ ਤੇਰਾ ਜੀਵਨ ਹੈ। ਮਨ ਇਸ ਸਰੀਰ ਨੂੰ ਬਿਰਖ ਗਿਆ ਹੈ ਤੇ ਮਨ ਨੂੰ ਪੰਛੀ ਕਿਹਾ ਹੈ। ਆਉਂਦਾ ਹੈ ਸਵੇਰੇ ਸ਼ਾਮ ਨੂੰ ਉੜ ਜਾਂਦਾ ਹੈ ਤੇ ਇੱਕ ਦਿਨ ਸਦੀਵੀ ਉੜ ਜਾਣਾ ਹੈ। ਕੋਈ ਨਾਲ ਨਹੀਂ ਜਾਂਦਾ, ਨਾ ਕੋਈ ਨਾਲ ਆਇਆ ਹੈ, ਨਾ ਧਨ ਦੌਲਤ, ਕੁਛ ਵੀ ਨਾਲ ਨਹੀਂ ਜਾਣਾ। ਇਸ ਕਰਕੇ ਤੂੰ ਕਿਉਂ ਇੰਨਾ ਭਾਰ ਚੱਕਦਾ ਹੈ? ਤੇਰਾ ਹੈ ਨਹੀਂ ਕੋਈ ਇੱਥੇ। ਔਰ ਮੂਹੇ ਕਿਆ ਰੋਈਐ ਜੋ ਆਪ ਪਾਥਰ ਨਾ ਰਹਾਏ। ਕਿਸੇ ਹੋਰ ਨੂੰ ਆਪਾਂ, ਕੋਈ ਮਰਦਾ ਹੈ, ਆਪਾਂ ਕਹਿੰਦੇ ਉਹ ਫਲਾਣਾ ਮਰ ਗਿਆ, ਦੁੱਖ ਹੁੰਦਾ ਸਾਨੂੰ। ਪਰ ਕਹਿੰਦੇ ਤੈਂ ਕਿਹੜਾ ਇੱਥੇ ਰਹਿਣਾ? ਤੈਂ ਵੀ ਸਰੀਰ ਤੇਰਾ ਵੀ ਮਰਨਾ ਹੈ, ਤੂੰ ਵੀ ਇੱਕ ਦਿਨ ਛੱਡ ਕੇ ਜਾਣਾ ਹੈ। ਫਿਰ ਸਾਨੂੰ ਪਤਾ ਹੈ ਕਿ ਹਰ ਇੱਕ ਜੀਵ ਨੂੰ ਗਿਣ ਕੇ ਸਵਾਸ ਦਿੱਤੇ ਨੇ, ਤੇ ਜਦੋਂ ਸਮਾਂ ਆ ਗਿਆ ਉਸ ਨੂੰ ਜਾਣਾ ਹੀ ਪੈਣਾ ਹੈ। ਸਰੀਰ ਨੇ ਨਾਸ ਹੋਣਾ ਹੀ ਹੋਣਾ ਹੈ। ਇਸ ਕਰਕੇ ਇਹ ਵੀ ਚਿੰਤਾ ਕੱਢ ਦੇਣੀ ਹੁੰਦੀ ਹੈ ਕਿ ਫਲਾਣਾ ਆਪਾਂ ਦੇਖਦੇ ਹਾਂ, ਰੋਸ ਕਰਦੇ ਹਾਂ, ਦੁੱਖ ਮਨਾਉਂਦੇ ਹਾਂ, ਪਰ ਜੀਵ ਜੋ ਜੰਮਿਆ ਉਸ ਨੇ ਮਰਨਾ ਹੈ। ਪਰ ਜਿੰਨਾ ਸਮਾਂ ਦਿੱਤਾ ਉਨਾ ਦੇਰ ਕੋਈ ਨਹੀਂ ਮਾਰ ਸਕਦਾ। ਜਦੋਂ ਸਮਾਂ ਆ ਗਿਆ ਮਰਨਾ ਹੀ ਪੈਣਾ ਹੈ, ਕਿਉਂਕਿ ਮਾਰਨ ਵਾਲਾ ਤੇ ਰੱਖਣ ਵਾਲਾ ਇੱਕ ਪਰਮੇਸ਼ਰ ਹੀ ਹੈ, ਦੂਜਾ ਨਹੀਂ ਹੈ। ਮਾਰੇ ਨਾ ਰਾਖਾ ਵਰਨਾ ਕੋਏ, ਸਰਬ ਜੀਆਂ का राखा सोए। जिसका शासन काटत आप ताको देखा राखत हाथ। ਜਿਹਨੂੰ ਆਪ ਨਹੀਂ ਮਾਰਦਾ ਉਹਨੂੰ ਕੋਈ ਨਹੀਂ ਮਾਰ ਸਕਦਾ। ਮਾਰਿਆ ਰਾਖਾ ਏਕੋ ਸੋਏ। ਮਾਰਦਾ ਤੇ ਰੱਖਣ ਵਾਲਾ ਹੀ ਕੋਈ ਹੈ। ਆਪ ਹੀ ਮਾਰਦਾ, ਆਪ ਹੀ ਰੱਖਦਾ। ਇਸ ਕਰਕੇ ਆਪਾਂ ਵੀ ਨਹੀਂ ਰਹਿਣਾ। ਇਸ ਕਰਕੇ ਕਹਿੰਦੇ ਕਿਸੇ ਦੇ ਮਰਨ ਦਾ ਰੋਣਾ ਨਹੀਂ ਚਾਹੀਦਾ, ਕਿਉਂਕਿ ਸਭ ਨੇ ਜੋ ਜੰਮਿਆ ਉਸਨੇ ਇੱਕ ਦਿਨ ਮਰਨਾ ਹੈ। ਗਿਣ ਕਰ ਲੈ ਸਭ ਦਿਵਸਾਸ, ਨਾ ਬੜਨ ਘਟਨ ਤਿਲ ਸਾਰ। ਭਾਵ ਦੁੱਖ ਸੁੱਖ ਨੂੰ ਸਮ ਕਰਕੇ, ਖੁਸ਼ੀ ਗਮੀ ਨੂੰ ਸਮ ਕਰਕੇ। ਜੋ ਉਪਜੈ ਸੋ ਵਿਨਸ ਹੈ, ਦੁੱਖ ਘਰ ਰੋਵੈ ਬਲਾਏ। ਵੀ ਜੋ ਉਪਜਿਆ ਉਹਨੇ ਵਿਨਸਣਾ ਹੀ ਹੈ, ਉਹਨੇ ਰਹਿਣਾ ਨਹੀਂ ਇੱਥੇ, ਵਿਨਸ ਜਾਣਾ। ਕਿਸੇ ਨੇ ਅੱਜ, ਕਿਸੇ ਨੇ ਕੱਲ। ਇਸ ਕਰਕੇ ਕਿਉਂ ਫਿਰ ਇਹ ਰੋਂਦੇ ਹਾਂ? ਕਿਉਂ ਆਪਣੇ ਸਿਰ ਭਾਰ ਲੈਂਦੇ, ਆਪਣੇ ਬਲਾ ਛੇੜਦੇ ਹਾਂ? ਕਿਉਂਕਿ ਜਿਹਦੀ ਵਸਤੂ ਸੀ ਉਹ ਲੈ ਗਿਆ ਉਸਨੂੰ। ਫਿਰ ਆਪਾਂ ਰੋਸ ਕਿਹਦੇ ਨਾਲ ਕੀ ਕਰਾਂਗੇ? ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੀ ਸੇ ਕੀ ਜਾਏ। ਜਿਹਦੀ ਵਸਤੂ ਸੀ, ਜੇ ਆਪਾਂ ਫਰਜ਼ ਕਰੋ ਆਪਾਂ ਨੂੰ ਕੋਈ ਵਸਤੂ ਮਿਲੀ ਤੇ ਉਹ ਲੈ ਲਈ ਉਸਨੇ, ਕੁਝ ਸਮੇਂ ਵਾਸਤੇ ਮਿਲੀ, ਤੇ ਆਪਾਂ ਰੋਸ ਤੋਲੋ ਕਰ ਸਕਦੇ ਹਾਂ, ਕਿਉਂਕਿ ਵਸਤੂ ਤਾਂ ਉਸਦੀ ਸੀ। ਇੱਦਾਂ ਹੀ ਆਪਾਂ ਨੂੰ ਸਮਝਾਇਆ ਹੈ ਕਿ ਉਹਦੀ ਵਸਤੂ ਹੈ, ਜੋ ਉਪਜਿਆ ਉਸਨੇ ਲੈ ਜਾਣਾ ਹੈ, ਵਿਨਸਣਾ ਹੈ। ਇਸ ਕਰਕੇ ਰੋਣਾ ਵਿਅਰਥ ਹੈ। ਜਹ ਕੀ ਉਪਜੀ ਤਹਿ ਰਚੀ, ਪੀਵਤ ਮਰਦਨ ਲਾਖ। ਹੁਣ ਜਿੱਥੋਂ ਉਪਜੀ ਸੀ, ਇੱਕ ਉਪਜਦਾ ਹੈ ਸਰੀਰ, ਮਾਟੀ, ਮਾਟੀ ਦੀ ਪੁੱਤਰ ਹੈ, ਜਿਵੇਂ ਆਪਾਂ ਵਿਚਾਰ ਕੇ ਆਏ ਪਿੱਛੇ। ਇੱਕ ਉਪਜਦੀ ਹੈ ਸਾਡੀ ਜੋਤ, ਮਨ। ਇੱਕ ਤਨ ਦਾ ਜੰਮਣਾ ਹੈ, ਤਨ ਜੰਮਦਾ ਹੈ, ਮਰਦਾ ਹੈ। ਕਿਉਂਕਿ ਤਨ ਕਿਵੇਂ ਹੈ? ਜਿਵੇਂ ਪਾਣੀ ਤੋਂ ਇੱਕ ਬੁਲਬੁਲਾ ਪੈਦਾ ਹੁੰਦਾ ਹੈ, ਤੇ ਬੁਲਬੁਲਾ ਜਦੋਂ ਪੈਦਾ ਹੋਇਆ ਤੇ ਫਿਰ ਉਹ ਖਤਮ ਹੋ ਜਾਂਦਾ ਹੈ, ਨਾਸਵਾਨ ਹੈ। ਇੱਦਾਂ ਸੰਸਾਰ ਦੀ ਰਚਨਾ ਇੱਦਾਂ ਦੀ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜਗ ਰਚਨਾ ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਇਹ ਜਗ ਦੀ ਰਚਨਾ ਐਸੀ ਹੈ।
ਲੇਕਿਨ ਮਨ ਦੀ ਹੈ। ਮਨ ਦੀ ਕਿਵੇਂ ਹੈ? ਮਨ ਬੁਲਬੁਲਾ ਨਹੀਂ ਹੈ, ਮਨ ਇੱਕ ਤਰੰਗ ਹੈ, ਇੱਕ ਬੂੰਦ ਹੈ। ਜੇ ਬੂੰਦ ਵਿਛੜ ਗਈ ਪਾਣੀ ਤੋਂ ਤੇ ਮੁੜ ਕੇ ਫਿਰ ਪਾਣੀ 'ਚ ਮਿਲੇਗੀ ਤੇ ਫਿਰ ਉਸ ਦਾ ਰੂਪ ਹੋਏਗੀ। ਤੇ ਇੱਦਾਂ ਬਾਬਾ ਕਬੀਰ ਸਮਝਾਉਂਦੇ ਨੇ ਕਿ ਸਾਡਾ ਤਾਂ ਹੁਣ ਉਹ ਅਵਸਥਾ ਹੋ ਗਈ ਕਿ ਅਸੀਂ ਜਿੱਥੋਂ ਉਪਜੇ ਸੀ ਉਹਦੇ 'ਚ ਫਿਰ ਚਲੇ ਗਏ, ਕਿਉਂਕਿ ਉਹ ਰਸ ਪੀਣਾ ਸ਼ੁਰੂ ਕਰ ਦਿੱਤਾ। ਜੇ ਕੀ ਉਪਜੀ ਤਹਿ ਰਚੀ, ਪੀਵਤ ਮਰਦਨ ਲੱਖ। ਅਸੀਂ ਤਾਂ ਹੁਣ ਉਸ ਰਸ ਨੂੰ ਪੀਣ ਲੱਗ ਗਏ। ਪਰ ਕਦੋਂ ਪੀਂਦਾ ਹੈ ਜੀਵ? ਜਦੋਂ ਇਹ ਗੁਰ ਦਾ ਗਿਆਨ ਲੈ ਕੇ, ਜਿੱਥੇ ਸਾਨੂੰ ਮਨ ਨੂੰ ਮਰਦਾਨਾ ਕਿਹਾ ਹੈ, ਕਿਉਂਕਿ ਪਰਮੇਸ਼ਰ ਕੌਣ ਹੈ? ਪੁਰਖ। ਅਸੀਂ ਪੁਰਖ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਹਾਂ ਤੇ ਅਸੀਂ ਕੌਣ ਹੋ ਜਾਂਦੇ ਹਾਂ? ਪੁਰਖ। ਪੁਰਖੈ ਸੇਵੇ ਸੋ ਪੁਰਖਾ ਹੋਵੇ। ਇਹ ਅਸੀਂ ਨਾਰਾਂ ਹਾਂ ਸਾਰੀਆਂ। ਪਰ ਜਦੋਂ ਸਾਨੂੰ ਆਪਣੇ ਬਣਾ ਲੈਂਦਾ, ਆਪਾਂ ਅਸੀਂ ਉਸ ਨਾਲ ਛੂਹ ਜਾਂਦੇ ਹਾਂ, ਉਹਦਾ ਰੂਪ ਹੋ ਜਾਂਦੇ ਹਾਂ, ਫਿਰ ਉਸ ਨਾਲ ਜੁੜ ਜਾਂਦੇ ਹਾਂ, ਫਿਰ ਅਸੀਂ ਉਸ 'ਚ ਸਮਾ ਜਾਂਦੇ ਹਾਂ, ਫਿਰ ਉਸ ਰਸ ਨੂੰ ਪੀਂਦੇ ਹਾਂ। ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ। ਮਨ ਦੇ ਵਿੱਚ ਵੈਰਾਗ ਪੈਦਾ ਹੋਇਆ, ਫਿਰ ਉਸ ਨੂੰ ਚੇਤਨਾ ਸ਼ੁਰੂ ਕੀਤਾ, ਸਿਮਰਨਾ ਸ਼ੁਰੂ ਕੀਤਾ, ਤੇ ਫਿਰ ਉਹ ਰਸ ਆ ਗਿਆ ਜਿਹਦੇ ਨਾਲ ਹੋਰ ਰਸ ਵਿਸਰ ਗਏ। ਆਪਾਂ ਪੜ੍ਹਦੇ ਹਾਂ ਕਿ ਪਰਮੇਸ਼ਰ ਜਿਹੜਾ ਹੈ ਉਹ ਅਮੁੱਲਕ ਹੈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਬਿਠੋਂ, ਰਹੇ ਲੋਕ ਬਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਕੋਈ ਐਸਾ ਸਤਿਗੁਰ ਮਿਲ ਜਾਵੇ, ਸਾਨੂੰ ਸੱਚਾ ਉਪਦੇਸ਼ ਮਿਲ ਜਾਵੇ, ਸੱਚਾ ਗਿਆਨ ਪ੍ਰਾਪਤ ਹੋ ਜਾਵੇ, ਉਸ ਨੂੰ ਆਪਾਂ ਸਿਰ ਸੌਂਪ ਦੇਣਾ ਹੈ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ। ਉਹਦੇ ਨਾਲ ਕੀ ਹੋਏਗਾ ਕਿ ਆਪਾ ਖਤਮ ਹੋ ਜਾਏਗਾ। ਫਿਰ ਜਾ ਕੇ ਆਪਾਂ ਉਸ ਪ੍ਰਭੂ ਨੂੰ ਪਾ ਸਕਦੇ ਹਾਂ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ। ਫਿਰ ਸਾਡਾ ਜਿਹਦਾ ਹੈਗਾ ਸੀ ਮਨ, ਉਸ ਨੂੰ ਮਿਲ ਜਾਂਦਾ ਹੈ। ਹਰ ਵਸੈ ਮਨ ਆਏ। ਏਦਾਂ ਫਿਰ ਹਰੀ ਮਨ ਵਿੱਚ ਵਸ ਜਾਂਦਾ ਹੈ। ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਕਹਿੰਦੇ ਉਹ ਭਾਗਾਂ ਵਾਲੇ ਨੇ ਜਿਹੜੇ ਹਰੀ ਨੂੰ ਪਾ ਲੈਂਦੇ ਨੇ, ਪਰ ਕਿਸੇ ਕੀਮਤ ਤੇ ਨਹੀਂ, ਜਦੋਂ ਅਸੀਂ ਸਤਿਗੁਰ ਨੂੰ ਆਪਣਾ ਸਿਰ ਸੌਂਪ ਦਿੰਦੇ ਹਾਂ। ਪਰ ਕਦੋਂ ਸੌਂਪਦੇ ਹਾਂ? ਜਦੋਂ ਉਸ ਨੂੰ ਪਾਉਂਦਾ ਹੈ। ਸਤਿਗੁਰ ਕੋ ਸੀਸ ਭੇਟ ਦੇਵੋ, ਜੇ ਸਾਚੇ ਸਤਿਗੁਰ ਪਾਵੇ। ਜੇ ਉਸ ਨੂੰ ਪਾ ਜਾਵੇ, ਫਿਰ ਆਪਾ ਖਤਮ ਹੋ ਜਾਂਦਾ ਹੈ। ਵਿੱਚੋਂ ਸਾਡਾ ਮਨ ਜਿਹੜਾ ਨਿਰਾਕਾਰ ਹੋ ਜਾਂਦਾ, ਪ੍ਰਕਾਸ਼ ਰੂਪ ਹੋ ਜਾਂਦਾ ਹੈ। ਫਿਰ ਜਾ ਕੇ ਹਰੀ ਮਨ ਵਿੱਚ ਵਸਦਾ ਹੈ। ਇਸ ਤਰੀਕੇ ਦੇ ਨਾਲ ਫਿਰ ਆਪਾਂ ਉਸ ਰਸ ਨੂੰ ਮਾਣਦੇ ਹਾਂ। ਇਹ ਤਰੀਕਾ ਹੈ ਹਰੀ ਤੱਕ ਪਹੁੰਚਣ ਦਾ, ਪਰਮੇਸ਼ਰ ਤੱਕ ਪਹੁੰਚਣ ਦਾ, ਇੱਕ ਰੂਪ ਹੋਣ ਦਾ, ਉਸ ਰਸ ਨੂੰ ਮਾਣਨ ਦਾ। ਆਤਮ ਰਸ, ਜਿਹਨੂੰ ਆਪਾਂ ਆਤਮ ਰਸ ਵੀ ਕਹਿੰਦੇ ਹਾਂ। ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਨ, ਨਾਨਕ ਧਨ 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 ਜਨ, ਆਏ ਤੇ ਪ੍ਰਵਾਨ। ਸੋ ਆਓ ਆਪਾਂ ਨਾਲ ਅਭਿਆਸ ਕਰੀਏ ਕਿ ਉਸ ਨੂੰ ਮਾਣਨਾ ਕਿਵੇਂ ਹੈ। ਇਹ ਕਰਮ ਕੀ ਹੈ? ਨਦਰਾਂ ਦਾ ਸਿਰਫ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤੇ ਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸੈਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਨਦਰਾਂ ਦਾ ਕਰਮ ਹੈ। ਨੇਤਰਾਂ ਦੁਆਰਾ ਹੀ ਸਾਰੀ ਭਗਤੀ ਹੈ। ਇਹ ਕਰ ਹੁੰਦੀ ਹੈ ਸਤਿਗੁਰ ਤੇ ਕਰਨੀ ਕਮਾਣੀ। ਸਤਿਗੁਰ ਤੇ ਇਹ ਕਰਨੀ ਸਿੱਖਣੀ ਹੁੰਦੀ ਹੈ, ਕਮਾਉਣੀ। ਕੂੜ ਦੇ ਨਾਲ ਫਿਰ ਜੁੜਨਾ ਨਹੀਂ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਸੋ ਆਓ ਦੋਨਾਂ ਨੇਤਰਾਂ ਨੂੰ ਆਪਾਂ
ਕਿਉਂਕਿ ਮਨ ਨੇਤਰਾਂ ਦੇ ਵਿੱਚ ਹੈ, ਨਜ਼ਰਾਂ ਦੇ ਵਿੱਚ ਹੈ। ਨਜ਼ਰਾਂ ਦੁਆਰਾ ਆਪਾਂ ਚੱਲਣਾ ਹੈ। ਦੋਨਾਂ ਨੇਤਰਾਂ ਨੂੰ ਪਹਿਲਾਂ ਇੱਥੇ ਸਮ ਕਰਨਾ ਹੈ, ਕਿਉਂਕਿ ਇੱਥੋਂ ਆਪਾਂ ਪ੍ਰਵੇਸ਼ ਕਰਨਾ ਹੈ ਜਿੱਥੋਂ ਮਾਲਕ ਸਾਨੂੰ ਸਵਸ ਦਿੰਦਾ ਹੈ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਆਪਣੇ ਆਪ ਨੂੰ ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਜੇਕਰ ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ, ਇੱਥੇ ਨੇਤਰਾਂ ਨੂੰ ਦ੍ਰਿਸ਼ਟੀ ਨੂੰ ਸਮ ਕਰਕੇ ਦੇਖਣ ਨਾਲ ਨੱਕ ਦਿਸਦਾ ਹੈ, ਫਿਰ ਦੋ ਦ੍ਰਿਸ਼ਟ ਹਾਂ। ਜੇਕਰ ਨੱਕ ਨਜ਼ਰ ਨਹੀਂ ਆਉਂਦਾ, ਇੱਕ ਦ੍ਰਿਸ਼ਟ ਹਾਂ। ਜੇ ਨਜ਼ਰ ਆਉਂਦਾ ਹੈ, ਨੱਕ ਦਿਸਦਾ, ਫਿਰ ਆਪਾਂ ਇਹ ਦੇਖਣਾ ਵੀ ਕਿਸ ਪਾਸਿਓਂ, ਸੱਜੇ ਖੱਬੇ ਵਿਚਾਲੇ, ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਦੀ ਪਹਿਚਾਣ ਕਰਨੀ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਮੇਰੇ ਵੱਲ ਦੇਖ ਲਓ, ਕਿਵੇਂ ਹੋ ਸਕਦਾ ਕੋਈ ਨਵਾਂ ਜੀਵ ਹੈ। ਪਹਿਲਾਂ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ। ਇਹ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ। ਜੇ ਨਹੀਂ ਦਿਸਦਾ, ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ ਹੈ, ਫਿਰ ਆਪਾਂ ਇਹ ਦੇਖਣਾ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਤੋਂ, ਖੱਬੇ ਤੋਂ ਜਾਂ ਵਿਚਾਲੇ। ਇੰਨੇ ਪਹਿਚਾਣ ਕਰਨੀ ਹੈ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ। ਪੂਰੇ ਵਿਸ਼ਵਾਸ ਦੇ ਨਾਲ ਆਪਾਂ ਚੱਲਣਾ ਹੈ। ਇੱਥੇ ਪੂਰਾ ਵਿਸ਼ਵਾਸ ਕਰ, ਇੱਥੋਂ ਆਪਾਂ ਕੀ ਕਰਨਾ, ਸਾਹਮਣੇ ਦੇਖਣਾ ਹੈ, ਕਿ ਸਾਰਿਆਂ ਦੇ ਸਾਹਮਣੇ ਮਾਲਕ ਦਾ ਵਾਸਾ ਹੈ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਪਹਿਲਾਂ ਸਾਹਮਣੇ ਧਿਆਨ, ਫਿਰ ਮਸਤਕ ਦੇ ਸਾਹਮਣੇ ਲੈ ਜਾਣਾ ਹੈ। ਇਹ ਸਾਹਮਣੇ, ਮੱਥੇ ਦੇ ਸਾਹਮਣੇ ਅੱਗੇ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ। ਕਿਉਂਕਿ ਜੇ ਅਸੀਂ ਵਿਸ਼ਵਾਸ ਦੇ ਨਾਲ ਕਰਾਂਗੇ, ਸਾਡਾ ਧਿਆਨ ਸਾਹਮਣੇ ਨਿਰੰਕਾਰ ਦੇ ਨਾਲ ਛੂਹ ਜਾਏਗਾ ਤੇ ਸਾਨੂੰ ਉਹ ਦੋ ਤੋਂ ਇੱਕ ਕਰ ਲਏਗਾ, ਸਾਡੀ ਟੁੱਟੀ ਗਣ ਦੇਵੇਗਾ। ਤੇ ਫਿਰ ਆਪੇ ਵਾਪਸ ਆ ਕੇ ਆਪਾਂ ਦੇਖਣਾ ਹੈ ਇੱਥੇ ਕਿ ਹੁਣ ਜੇ ਨੱਕ ਪਹਿਲਾਂ ਦਿਸਦਾ ਸੀ, ਕਿ ਹੁਣ ਦਿਸਣੋਂ ਹਟ ਗਿਆ। ਜੇ ਦਿਸਣੋਂ ਹਟ ਗਿਆ ਤੇ ਅਸੀਂ ਇੱਕ ਦ੍ਰਿਸ਼ਟ ਹੋ ਗਏ। ਪਰ ਜਿਹੜੇ ਵਿਸ਼ਵਾਸ ਦੇ ਨਾਲ ਕਰਦੇ ਨੇ, ਉਹ ਉਦੋਂ ਹੀ ਇੱਕ ਦ੍ਰਿਸ਼ਟ ਹੋ ਜਾਂਦੇ ਨੇ। ਇੱਕ ਖਿਣ ਮਾਤਰ ਸਮਾਂ ਲੱਗਦਾ ਹੈ ਕਿ ਮਨ ਦੀ ਹੰਕਾਰ ਖਤਮ ਹੋ ਜਾਂਦਾ ਹੈ ਤੇ ਮਨ ਨਿਰਾਕਾਰ ਰੂਪ ਹੋ ਜਾਂਦਾ ਹੈ। ਫਿਰ ਆਪਾਂ ਅੱਗੇ ਧਿਆਨ ਲਾਵਾਂਗੇ ਕਿਵੇਂ ਤੇ ਆਉਣਾ ਹੈ। ਆਓ ਨੇਤਰ ਸਮ ਕਰਕੇ ਆਪਣੇ ਆਪ ਨੂੰ ਦੇਖੀਏ। ਸਾਹਮਣੇ ਲੈ ਕੇ ਆइए ਧਿਆन। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ। फिर सामने लेके आओ। फिर नक ते सम करके देखो, दृष्टि सम करके देखो अपने आप नूं। जेकर कोई नवा जीव नक दिसदा सी, उसने ये देखना कि हुण दिसणों हट गया। एक हल्की परछाई जी इस पास्यों सानूं दिस सकदी है। एक परछाई दी टाइम परछावां जिहा एक धुंधलापन जिहा दिख सकदा है खब्बे पासे, जो कि ध्यान दे नाल जिसने निर्मल हो जाना है, प्रकाश हो जाना।